ਤੁਸੀਂ ਬਿਹਤਰ ਸਮਝਦੇ ਹੋ ਕਿ ਜਾਨਵਰ ਥੋੜੇ ਹੋਣ ਤਾਂ ਜਾਂ ਬਹੁਤੇ ਹੋ, ਜਿਹੜਾ ਇੱਕ ਬੰਦਾ ਰੱਖਿਆ ਹੁੰਦਾ ਹੈ ਉਹਦਾ ਖਰਚਾ ਉਹ ਹੀ ਹੁੰਦਾ, ਕਿਉਂਕਿ ਉਹਨੇ 10 ਵੀ ਉਹੀ ਜ਼ਿੰਮੇਦਾਰੀ ਉਹਦੀ, ਤੇ 30 ਜਾਨਵਰ ਰੱਖੀਏ ਤੇ ਤਾਂ ਵੀ ਉਹਦੀ ਉਹੀ ਜ਼ਿੰਮੇਦਾਰੀ। ਠੀਕ ਹੈ, ਤੇ ਅਗਰ ਅਸੀਂ ਆਖਣਾ ਕਿ ਅਗਰ ਤੁਸੀਂ ਸਾਡੇ ਨਾਲ ਚਰਾਈ ਤੇ ਰੱਖੋ, ਬਈ ਸਾਰੇ ਜਾਨਵਰ ਰੱਖੋ ਹੀ ਚਰਾਈ ਤੇ, ਜੀ ਜੀ, ਠੀਕ ਹੈ, ਉਹ ਆਇਆ ਕਿ ਫਾਰਮ ਨੂੰ ਜ਼ਿਆਦਾ ਫਾਇਦਾ ਹੋਵੇਗਾ ਕਿ ਘੱਟ ਫਾਇਦਾ ਹੋਵੇਗਾ? ਉਹਦੇ 'ਚ ਨਾ ਬਈ ਜਾਨਵਰਾਂ ਦੀ ਸਿਹਤ ਦੇ ਵਾਲੇ ਨਾਲ ਜਿਹੜੀ ਚਰਾਈ ਹੈ ਨਾ ਉਹਦਾ ਫਾਇਦਾ ਹੋਰ ਹੈ। ਜਿਹੜਾ ਤੁਸੀਂ ਢੱਕ ਕੇ ਔਰ ਬੰਨ੍ਹ ਕੇ ਫਾਰਮ ਦੇ ਵਿੱਚ ਜਮ੍ਹਾਂ ਕਰਕੇ ਉਹਨਾਂ ਦੀ ਕਟਾਈ ਕਰਕੇ ਪੱਠੇ ਪਾਉਂਦੇ ਹੋ, ਨਾਲ ਤੁਸੀਂ ਚੌਕਰ ਇਸਤੇਮਾਲ ਕਰ ਲੈਂਦੇ ਹੋ, ਦਾਲ ਚਣੇ ਇਸਤੇਮਾਲ ਕਰ ਲੈਂਦੇ ਹੋ। ਉਹ ਦਾਲ ਚਣੇ ਇੱਕ ਲਹਿਦਾ, ਇਹ ਮੇਰੀ ਗੱਲ ਜਰਾ ਜ਼ਹਿਨ ਆਪਣੇ 'ਚ ਪਾ ਲੈਣੀ। 10 ਭਾਰੂ ਨੇ ਤੁਹਾਡੇ ਕੋਲ ਜੀ, ਉਹਨਾਂ ਨੂੰ 5 ਭਾਰੂ ਲਹਿਦਾ ਕਰਕੇ ਮੇਰੀ ਚੀਜ਼ ਦਾ, ਇਸ ਮੇਰੇ ਗੱਲ ਕਰਨ ਦਾ ਇੱਕ ਤਜਰਬਾ ਲੈ ਲੈਣਾ। ਜੀ 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 ਉਹ ਆਪਣੇ ਜ਼ਹਿਨ ਵਿੱਚ ਨੋਟ ਕਰ ਲੈਣਾ। ਜੀ ਜੀ 10 ਭਾਰੂ ਨੇ ਉਹਨਾਂ ਦੀ 5 ਲਹਿਦਾ ਕਰ ਲੈਣੇ। 5 ਜੀ 5 ਜਿਹੜੇ 5 ਭਾਰੂ ਨੇ ਉਹ ਬਾਹਰ ਚਰਾਈ ਤੇ ਰੱਖ ਲੈਣੇ ਨੇ। ਅੱਛਾ, 5 ਭਾਰੂ ਜਿਹੜੇ ਨੇ ਉਹ ਘਰ ਤੇ ਪੱਠਿਆਂ ਤੇ ਰੱਖ ਲੈਣੇ, ਜਿਹੜੇ ਕਟਾਈ ਵਾਲੇ ਪੱਠੇ ਨੇ। ਠੀਕ ਹੋ ਗਿਆ। ਉਹਨਾਂ ਨੂੰ ਖੁਰਾਕ, ਜਿਹੜੇ ਡੱਕੇ ਹੋਣੇ ਨੇ ਉਹਨਾਂ ਨੂੰ ਚੰਗੀ ਖੁਰਾਕ ਦੇਣੀ। ਜੀ ਜੀ ਜਿਹੜੇ ਲਹਿਦਾ, ਜਿਹੜੇ ਬਾਹਰ ਚਰਾਈ ਉੱਤੇ ਹੋਣੇ ਨੇ ਭਾਰੂ, ਉਹਨਾਂ ਨੂੰ ਖੁਰਾਕ ਨਹੀਂ ਪਾਣੀ, ਉਹਨਾਂ ਨੂੰ ਬਾਹਰ ਚਰਾਈ ਜੋ ਉਹ ਨਿਰਾ ਚਰਾਈ ਉੱਤੇ ਰੱਖਣਾ ਹੈ। ਠੀਕ ਹੋ ਗਿਆ। ਮੋਜ਼ਾ 15 ਦਿਨ ਤੱਕ, ਇਹ ਮੈਂ ਤੁਹਾਡੇ ਨਾਲ ਵਾਜ਼ਿਆ ਗੱਲ ਨਹੀਂ ਕਰਦਾ। ਉਹ ਖੁਰਾਕ ਵਾਲੇ ਭਾਰੂ ਵੀ ਵੇਖ ਲੈਣੇ ਨੇ, ਤੇ ਜਿਹੜੇ ਖੁੱਲੇ ਚਰਾਈ ਵਾਲੇ ਭਾਰੂ ਨੇ ਉਹਨਾਂ ਨੂੰ ਵੀ ਨਜ਼ਰ ਮਾਰਨੀ। ਵਜ਼ਨ ਕਿੰਨਾ ਦਾ ਹੈ, ਕਿੰਨਾ ਭਾਰੂਆਂ ਦਾ ਵਜ਼ਨ ਹੈ, ਔਰ ਜਿਹੜਾ ਤੰਦਰੁਸਤ ਜਾਨਵਰ ਜਿਹੜਾ ਹੈ ਭਾਰੂ ਉਹ ਕਿਹੜਾ। ਮੇਰੇ ਜ਼ਿਹਨ ਦੇ ਮੁਤਾਬਕ ਮੈਂ ਅੱਜ ਦੇ ਭਾਰੂ ਨਹੀਂ ਰੱਖਣਾ। ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ, ਪੀਰ ਮੈਂ ਜੀ ਬਚਪਨ ਤੋਂ ਭਾਰੂ ਰੱਖਦਾ ਲਗਾਉਣਾ। ਇਹਨਾਂ ਚੀਜ਼ਾਂ ਦੀ ਮੈਨੂੰ ਸ਼ੌਕ ਵੀ ਹੈ। ਸ਼ੌਕ ਹੈ ਉਹ ਕੁਝ ਬੰਦਿਆਂ ਵਿੱਚ ਦੱਸਿਆ, ਕੁਝ ਜ਼ਿਹਨ ਤੇ ਵੀ ਗੱਲ ਆ ਗਈ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇਹ ਸੁਨਤ ਹੈ, ਤੇ ਜੇ ਸੁਨਤ ਦੇ ਮੁਤਾਬਕ ਟੁਰੀਏ ਤੇ ਇਮਾਨਦਾਰੀ ਦੀ ਗੱਲ ਹੈ। ਮੈਂ ਗੱਲ ਪਿਆ ਕਰਨਾ, ਇਹਦੇ ਚ ਘਾਟਾ ਅੱਜ ਸਮਝ। ਭਾਰੂ ਜਿਹੜਾ ਚਰਾਈ ਵਾਲਾ ਹੈ ਉਹ ਤੰਦਰੁਸਤ ਰਵੇਗਾ, ਹਰ ਬੁੱਲੇ ਨੂੰ ਮੂੰਹ ਮਾਰੇਗਾ, ਅੱਖ ਨੂੰ ਮੂੰਹ ਮਾਰੇਗਾ, ਟਾਲੇ ਨੂੰ, ਕਿੱਕਰ ਨੂੰ, ਤਰੇਕ ਨੂੰ, ਬੂਟੀ, ਹਰ ਬੂਟੀ ਨੂੰ। ਕਿਉਂ? ਵਿੱਚ ਉਹ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਨਾਲ ਆਪਣਾ ਬਿਮਾਰੀ ਦੇ ਮੁਤਾਬਕ ਫਾਇਦਾ ਉਠਾਉਂਦੀਆਂ। ਜਿਹੜਾ ਅੱਖ ਹੈ, ਅੱਖ ਨੂੰ ਬੱਕਰੀ ਉੱਡ ਕੇ ਪਾਉਂਦੀ ਹੈ। ਅੱਜ ਅੱਖ ਸਿੰਨ ਹੈ, ਇਹ ਚੀਜ਼ਾਂ ਨੇ ਵਿੱਚ ਹੋਰ ਬੈਕੜ ਵਗੈਰਾ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਇਹ ਖਾਂਦੀਆਂ ਨੇ। ਉਹ ਚੀਜ਼ ਇੱਕ ਗਿੱਲੜ ਨਹੀਂ ਹੋਣ ਦਿੰਦੀ ਸਰਕਾਰ। ਦੂਜਾ ਜਨਾਬ, ਇਸ ਡੰਗਰ ਨੂੰ ਬਾਦੀ ਨਹੀਂ ਹੋਣ ਦਿੰਦੀ। ਅੱਜ ਸਮਝ, ਜਿਹੜਾ ਅੱਖ ਹੈ ਉਹ ਮੇਜ਼ੇ ਵਾਸਤੇ ਬਹੁਤ ਅੱਛਾ ਹੁੰਦਾ ਹੈ, ਹਰ ਡਾਲੀ। ਯਾਨੀ ਕਿ ਤੁਸੀਂ ਆਖਦੇ ਹੋ ਕਿ ਅਸੀਂ ਬਜਾਏ ਇਹਦੇ ਕਿ ਉਹਨਾਂ ਨੂੰ ਢੱਕ ਕੇ ਪਾਉਣ ਦੀ ਬਜਾਏ ਅਸੀਂ ਉਹਨਾਂ ਨੂੰ ਚਰਾਈ ਤੇ ਰੱਖੀਏ, ਉਹ ਜ਼ਿਆਦਾ ਫਾਇਦਾ ਹੋਵੇਗਾ। ਉਹਦੇ 'ਚ ਫਾਇਦਾ ਜ਼ਿਆਦਾ ਹੈ, ਬਲਕਿ ਮੈਂ ਪੈਸੇ ਦਾ ਵੀ ਉਹਦੇ 'ਚ ਫਾਇਦਾ ਹੈ। ਉਹਦੇ 'ਚ ਤੁਹਾਡੇ ਘਰ ਦੀ ਵੀ ਬਚਤ ਹੈ, ਔਰ ਪੱਠਿਆਂ ਦੀ ਵੀ ਬਚਤ ਹੈ, ਔਰ ਜਿਹੜਾ ਆਪਣਾ ਚੌਕਰ ਵਗੈਰਾ, ਚਣੇ, ਇਹ ਤੁਸੀਂ ਮਿਹਨਤ ਕਰਦੇ ਹੋ। ਇਹ ਇਤਨੇ ਦੀ ਬੋਰੀ ਲੱਭਦੀ ਹੈ, ਇਤਨੇ ਦੀ ਲੱਭਦੀ ਹੈ। ਜੀ ਜੀ ਅੱਜ ਸਮਝ, ਪੱਠੇ ਮੈਂ ਗੱਡੇ ਨੇ ਵਿਗਾ, ਉਹਨਾਂ ਦਾ ਅੰਦਾਜ਼ਾ ਲਾ ਲਓ ਵੀ ਸਾਡਾ ਕਿੰਨੇ ਦਾ ਆਇਆ। 6000 ਰੁਪਇਆ ਮਤਲਬ ਤਕਰੀਬਨ ਪਾਣੀ ਪਾ ਕੇ ਤੁਹਾਡਾ ਰੁਪਈਆ 12,000 ਲੱਗ ਜਾਂਦਾ ਕਿੱਲੇ ਤੇ, ਏਕੜ ਤੇ। ਜੀ ਜੀ, 12,000 ਰੁਪਈਆ ਤੁਹਾਡਾ ਲੱਗ ਜਾਂਦਾ ਹੈ। ਉਹ ਇੱਕ ਮੇਰੀ ਇਹ ਜ਼ਹਿਨ ਉੱਤੇ ਗੱਲ ਨਹੀਂ ਰੱਖਣੀ ਜਿਹੜੀ ਮੈਂ ਕਰਨ ਲੱਗਾ। ਉਹ 12,000 ਤੁਸੀਂ ਜਨਾਬ ਮੇਰੀ ਉਸ ਮਜ਼ਦੂਰ ਆਦਮੀ ਨੂੰ ਦਿੱਤਾ ਜਾਏ ਤੇ ਤੁਹਾਡੇ ਇੱਕ ਜਾਨਵਰ ਜਿਹੜੇ ਨੇ ਮਹਿਫੂਜ਼ ਵੀ ਰਹਿਣਗੇ ਔਰ ਜ਼ਾਦ ਵੀ ਤੇ ਖੁਸ਼ਬਾਸ਼ ਵੀ ਰਹਿਣਗੇ। ਮਾਸ਼ਾਅੱਲਾ। ਯਾਨੀ ਕਿ ਇਸ ਗੱਲ ਦੀ ਸਮਝ ਇਹ ਆ ਗਈ ਕਿ ਜਾਨਵਰ ਜਿਹੜਾ ਵੇ ਉਹ ਤੁਸੀਂ ਲੋੜੇ ਪਈ ਪੱਠੇ ਪਾ ਸਕਦੇ ਹੋ। ਸਰਦੀਆਂ ਆ ਗਈਆਂ ਨੇ ਤੇ ਮਤਲਬ ਬੱਦਲ ਕਣੀ ਆ ਗਈ ਹੈ, ਤੇ ਉਹਦੇ ਵਿੱਚ ਤੁਸੀਂ ਜਿਹੜਾ ਨਾ ਉਹਨਾਂ ਨੂੰ ਪੱਠੇ ਪਾ ਲਓ, ਤੇ ਉਹ ਇੱਕ ਵੱਖਰੀ ਗੱਲ ਹੈ। ਉਹਦੀ ਇਹ ਫਾਇਦਾ ਹੈ, ਉਹ ਜ਼ਰੂਰੀ ਹੈ ਬੱਦਲ ਝੜ ਬਣ ਜਾਵੇ। ਇਹ ਜਿਹੜਾ ਭਾਰੂ ਹੈ ਇਹ ਗਿੱਲਾ ਪੱਠਾ ਪਸੰਦ ਨਹੀਂ ਕਰਦਾ। ਅੱਛਾ ਮਨੀਰ ਸਾਹਿਬ, ਇੱਕ ਹੋਰ ਚੀਜ਼ ਹੈ ਨਾ ਕਿ ਹੁਣ ਜਿਹੜਾ ਸਾਡਾ ਇਲਾਕਾ ਹੈ, ਜੀ ਜੀ, ਕਿ ਕੀ ਤੁਸੀਂ ਸਮਝਦੇ ਹੋ ਕਿ ਇੱਥੇ ਚਰਾਈ ਬਿਹਤਰੀਨ ਹੈ ਵੇ ਸਾਡੇ ਕੋਲ? ਬਹੁਤ ਮਹਿਫੂਜ਼ ਹੈ ਇਲਾਕਾ, ਬਹੁਤ ਅੱਛਾ ਇਲਾਕਾ। ਵੀ ਚਰਾਈ ਘੱਟ ਤੇ ਨਹੀਂ? ਨਹੀਂ, ਚਰਾਈ ਬੇਬਾਹ ਹੈ ਪਰ ਸਮਝਦਾਰ ਬੰਦੇ ਵਾਸਤੇ। ਅੱਛਾ, ਅੱਜ ਸਮਝ, ਅੱਜ ਕਿਸੇ ਦੇ ਟੋਟੇ ਵਿੱਚ ਭਾਰੂ ਪਵੇ ਨਾ ਤੇ ਅਗਲੇ ਇਹ ਨਹੀਂ ਆਦੇ ਕਿ ਪੀਰਾਂ ਦਾ। ਹਾਂ,
ਪੀਰਾਂ ਦਾ ਨਹੀਂ ਪਾਰੂ ਉਹ ਦਿਨ ਜਾ ਜਿੱਥੇ ਤੇਰੀ ਆਈ ਤੇ ਅੱਜ ਕੀਤਾ ਇੰਝੇ ਇਹ ਗੱਲ। ਪਾਰੂ ਕਿਉਂ ਵੜਿਆ ਇੰਜੇ ਹੀ ਗੱਲ ਇੰਜੇ ਹੀ ਗੱਲ। ਅੱਜ ਸਮਝ ਇਸ ਵਾਸਤੇ ਮੈਂ ਪੁੱਛਿਆ ਨਾ ਕਿ ਸਾਡੇ ਔਰ ਜਿਹੜਾ ਹਾਲਾਤ। ਸਮਝਦਾਰ ਬੰਦਾ ਹੈ ਨਾ ਉਹ ਪਾਰੂ ਚਰਾਂਦਾ ਰਹਿੰਦਾ ਹੈ, ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਉਹਦੇ ਕੋਲ ਢੰਗਾ ਹੋਣਾ ਚਾਹੀਦਾ ਹੈ। ਜੀ ਜਿਹੜੀ ਜ਼ਰੂਰਤ ਦਾ ਸਮਾਨ ਉਹ ਤੇ ਉਹਦੇ ਕੋਲ ਹੋਣਾ ਹੀ ਹੈ ਅੱਜ ਨਾ। ਸਮਝ ਉਹ ਨਿਰਾ ਝਾੜ ਵਾਲੇ ਤੇ ਔਰ ਇਹ ਜਿਹੜਾ ਨਾ ਜਦੋਂ ਪਾਰੂ ਡੱਕੇ ਹੈ ਜਿਹੜਾ ਪਾਰੂ ਸਰਦੀ ਹੋਵੇ ਆਪਣਾ ਬਾਰਿਸ਼ ਹੋਵੇ ਉਹ ਜਿਸ ਵੇਲੇ ਵੀ ਤੁਹਾਨੂੰ ਮੌਕਾ ਲੱਭੇ ਉਸ ਵਕਤ ਫੌਰਨ ਜਿਹੜਾ ਪਾਰੂ ਹੈ ਉਹ ਬਾਹਰ ਕੱਢਿਆ ਜਾਏ। ਅੱਛਾ ਜੇ ਤੁਸੀਂ ਮਤਲਬ ਚਰਾਈ ਤੇ ਕੱਢਦੇ ਹੋ ਤੁਹਾਡਾ ਮਸਾ ਜਾਨਵਰ ਸਦ ਕੀਤਾ ਹਾਂ ਆਖਿਆ ਜੀ ਚਰਾਈ ਤੇ ਰੱਖਣਾ ਜੀ ਜੀ ਤੇ ਕਿੰਨੇ ਘੰਟੇ ਜਿਹੜਾ ਤੁਸੀਂ ਉਹ ਇਹਨੂੰ ਚਰਾਉਣਾ ਚਾਹੋਗੇ? ਉਹ ਜਨਾਬ ਮੇਰੀ 8 ਤੋਂ 9 ਤੱਕ ਵੀ ਪਾਰੂ ਲਗਾ ਜਾਏ ਨਾ 8 ਤੋਂ 9 ਘੰਟੇ 8 ਤੋਂ 9 ਵਜੇ ਤੱਕ ਇਹ ਪਾਰੂ ਡੱਕਿਆ ਰਵੇ ਨਾ ਅੱਛਾ ਉਸ ਡੱਕਣ ਦੀ ਉਹਨੂੰ ਕੋਈ ਟੈਨਸ਼ਨ ਨਹੀਂ ਯਾਨੀ ਕਿ ਫਰਜ਼ ਕਿਤਾ 9 ਵਜੇ ਤੁਸੀਂ ਉਹਨਾਂ ਨੂੰ ਕੱਢ ਲਓ ਉਹਨਾਂ ਨੂੰ ਕੱਢ ਲੈਂਦਾ ਤੇ ਅੱਗੋਂ ਜਨਾਬ ਕਿੰਨੇ ਵਜੇ ਵਾਪਸ? 4 ਵਜੇ ਤੱਕ ਅੱਛਾ 5 ਵਜੇ ਤੱਕ ਠੀਕ ਹੈ ਔਰ ਮੌਸਮ ਦੇ ਲਿਹਾਜ਼ ਨਾਲ ਲਿਆਜ਼ ਨਾਲ ਅੱਜ ਸਮਝ ਮੌਸਮ ਦੇ ਲਿਹਾਜ਼ ਨਾਲ ਹੁਣ ਆਪਣਾ ਟੀਕਰ ਦਾ ਟਾਈਮ ਹੁੰਦਾ ਹੈ ਸਿਆਲ ਦਾ ਮੌਸਮ ਜੀ ਜੀ ਟੀਕਰ ਨਹੀਂ ਹੁੰਦੀ ਤੇ ਸਰਦੀ ਸ਼ੁਰੂ ਹੋ ਸਰਦੀ ਜਾਂਦੀ ਸ਼ੁਰੂ ਹੋ ਜਾਂਦੀ ਉਹਦੇ 'ਚ ਇਹ ਵਜੇ ਅੱਗੇ ਉਹ ਪਤਾ ਲੱਗ ਜਾਂਦਾ ਹੈ ਬਟ ਡੰਗਰ ਸਾਡਾ ਪਾਰੂ ਜਿਹੜਾ ਹੈ, ਇਹ ਰੱਜੇ ਹੈ ਜਾਂ ਭੁੱਖਾ ਹੈ। ਬਿਲਕੁਲ ਜੇ ਭੁੱਖਾ ਰਹਿੰਦਾ ਹੈ ਉਹਨੂੰ ਵੇਲੇ ਨਾਲ ਲੈ ਬੋ ਅੱਗੂ ਉਹਦਾ ਕੋਈ ਸੋਚ ਲਓ ਕਮਰੇ ਵਿੱਚ ਉਹਦੇ ਮੁਤਾਬਕ ਕੋਈ ਹਿਸਾਬ ਆਪ ਲਾ ਦੇ। ਠੀਕ ਹੋ ਗਿਆ ਮੇਰੇ ਸਾਹਿਬ ਬੜੀ ਅੱਛੀਆਂ ਤੁਸੀਂ ਗੱਲਾਂ ਕੀਤੀਆਂ ਨੇ ਤੇ ਇਨਸ਼ਾਅੱਲਾ ਇਹ ਦੋਸਤਾਂ ਨਾਲ ਸ਼ੇਅਰ ਕਰਨੇ ਆ ਮੈਂ ਤਾਬੇਦਾਰ ਹਾਂ ਤੇ ਮੈਂ ਗੁਲਾਮ ਹਾਂ ਇਸ ਤੋਂ- ਤੇ ਔਰ ਦੂਜੀ ਗੱਲ ਇਹ ਵਾ ਤੁਹਾਨੂੰ ਤੁਹਾਡੇ ਦੋਸਤਾਂ ਨੂੰ ਤੁਹਾਨੂੰ ਸਕੂਨ ਆਵੇ। ਬਸ ਇਹੀ ਚੀਜ਼ ਗੱਲ ਹੈ ਕਿਉਂਕਿ ਜਿਹੜਾ ਦੇਖੋ ਨਾ ਰੁਪਈਆ ਹੋਣਾ ਹੈ ਆਨਾ ਹੋਣਾ ਦਵਾਨੀ ਉਹ ਖਰਚਾ ਹੋਣਾ ਹੈ ਉਹਦਾ ਮਸਲਾ ਨਹੀਂ ਮਸਲਾ ਇਹ ਵੇ ਇੱਕ ਰਿਜ਼ਲਟ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਮੈਂ ਸ਼ੁਰੂ ਕੀਤਾ ਕਈ ਵਜ੍ਹਾ ਤੋਂ ਮੁਲਾਜ਼ਮ ਦੀ ਤੁਹਾਨੂੰ ਪਤਾ ਜਿਸ ਤਰ੍ਹਾਂ ਦਾ ਸਾਨੂੰ ਲੱਭਾ ਹੈ ਉਹ ਵੀ ਤੁਹਾਨੂੰ ਪਤਾ ਹੈ ਜਾਨਵਰ ਜਿਸ ਤਰ੍ਹਾਂ ਦੇ ਲੱਭੇ ਨੇ ਉਹ ਵੀ ਤੁਹਾਨੂੰ ਪਤਾ ਹੈ ਔਰ ਆ ਜਾ ਕੇ ਕੀ ਹੋਈ ਹੈ ਕਿ ਬੇਇੱਜ਼ਤੀ ਹੋਈ ਹੈ ਜੀ ਜੀ ਉਹ ਸਾਰਾ ਕੰਮ ਛੱਡਿਆ ਬਿਲਕੁਲ ਠੀਕ ਹੈ ਲੇਕਿਨ ਹੁਣ ਸਮਝੋ ਕਿ ਇਹ ਮੇਰੇ ਦੋ ਦੋਸਤ ਨੇ ਇੱਕ ਜੇਲਮ ਤੋਂ ਨੇ ਇੱਕ ਡੇਰਾ ਗਾਜ਼ੀ ਖਾਨ ਤੋਂ ਨੇ ਠੀਕ ਹੈ ਬੜੇ ਅੱਛੇ ਮਾਸ਼ਾਅੱਲਾ ਪੜ੍ਹੇ ਲਿਖੇ ਦੋਸਤ ਨੇ ਔਰ ਕੋਸ਼ਿਸ਼ ਇਹ ਹੈ ਕਿ ਮੀਆਂ ਦੇ ਲੋਕ ਦੇ ਵਿੱਚ ਇਹ ਸਾਡੇ ਪਿੰਡ ਦੇ ਵਿੱਚ ਕਮ ਅਜ਼ ਕਮ ਜਿਹੜਾ ਇੱਕ ਵਕਤ ਆਵੇ ਕਿ 5 ਸਾਲਾਂ ਦੇ ਵਿੱਚ ਅਸੀਂ 100 ਬੱਕਰੀ ਕਰੀਏ ਜਿੱਥੇ ਸਾਡੇ ਫਾਰਮ ਦੀ ਆਮਦਨ ਵਧੇ ਉੱਥੇ ਹੋ ਸਕਦਾ ਹੈ ਕਿ ਤੁਸੀਂ ਸਾਡੇ ਨਾਲ ਲੱਗੋ ਕਿ ਅੱਲਾਹ ਪਾਕ ਤੁਹਾਡੇ ਵੀ 40-50 ਹਜ਼ਾਰ ਜਾਂ ਲੱਖ ਤੱਕ ਆਮਦਨ ਜਿਹੜੀ ਹੈ ਤੁਹਾਡੀ ਵੀ ਟੁੱਟ ਜਾਏ ਜੀ ਜੀ ਠੀਕ ਹੈ ਨਾ ਕਿਉਂਕਿ ਅਸੀਂ ਤੁਹਾਨੂੰ ਐਜ਼ ਏ ਮੁਲਾਜ਼ਮ ਨਹੀਂ ਲੈਣਾ ਐਜ਼ ਏ ਦੋਸਤ ਲੈਣਾ ਹੈ ਐਜ਼ ਏ ਫਾਰਮ ਦਾ ਇੱਕ ਬੰਦਾ ਲੈਣਾ ਹੈ ਕਿ ਜਿੱਥੇ ਅਸੀਂ 3 ਨਾਲ ਚੌਥੇ ਤੁਸੀਂ ਹੋ ਇਹ ਤਾਂ ਮੁਲਾਜ਼ਮ ਦਾ ਮਕਸਦ ਨਹੀਂ ਕਿ ਤੁਸੀਂ ਸਾਡੇ ਮੁਲਾਜ਼ਮ ਹੋ ਨਹੀਂ ਇਹਦਾ ਮਕਸਦ ਸਿਰਫ ਇਹ ਹੈ ਕਿ ਸਾਡੇ ਫਾਰਮ ਦੀ ਤਰੱਕੀ ਦੇ ਵਿੱਚ ਸਾਡਾ ਸਾਥ ਦੇ ਦੂਸਰੀ ਇਹ ਗੱਲ ਹੈ ਨਾ ਵੀਰ ਜੀ ਇਹਨਾਂ ਦੇ ਪਾਰਵਾਂ ਦੇ ਮੁਤਾਬਕ ਜਿਹੜੀ ਮੈਂ ਗੱਲ ਜਾਣਦਾ ਤਾਂ ਪਾਰਵਾਂ ਤੋਂ ਪਰਹੇਜ਼ ਕਰਨੀ ਹੈ ਕਿਉਂ ਜੈਸੇ ਪਾਰੂ ਮੇਰੇ ਕੋਲ ਆ ਜਾਣਾ ਹੈ ਮੈਂ ਆਪਣੀ ਮਜਬੂਰੀ ਨਾਲ ਉਹਨਾਂ ਦੀ ਤਾਬੇਦਾਰੀ ਔਰ ਖਿਦਮਤ ਮੈਂ ਕਰਨੀ ਜੀ ਇੱਕ ਬਾਵਲਪੁਰੀ ਬੱਕਰੀ ਤੋਂ ਪਰਹੇਜ਼ ਕਰਨੀ ਜੀ ਜੀ ਇੱਕ ਪਹਾੜੀ ਤੋਂ ਪਰਹੇਜ਼ ਕਰਨੀ ਠੀਕ ਬਾਵਲਪੁਰੀ ਤੇ ਪਹਾੜੀ ਪਹਾੜੀ ਠੀਕ ਹੈ ਇਹਨਾਂ ਦੋਹਾਂ ਪਾਰਵਾਂ ਤੋਂ ਥੋੜੀ ਪਰਹੇਜ਼ ਕਰਨੀ ਕਿਉਂ ਸੁਣਿਆ ਹੋਵੇ ਤਾਂ ਜੇ ਬਾ ਜਿਉਂਦਾ ਲੱਖ ਦਾ ਤੇ ਮੋਇਆ 1.25 ਲੱਖ ਦਾ ਇਹ ਸੁਣਿਆ ਜੇ ਸੁਣੇ ਆ ਤੇ ਜਿਹੜਾ ਜਿਉਂਦਾ ਵੀ ਘਾਟਾ ਪਾਉਂਦਾ ਹੋਵੇ ਉਹ ਤੇ ਨਹੀਂ ਮੋਇਆ ਨੁਕਸਾਨ ਕਰਦਾ ਹੈ ਤੇ ਮੈਨੂੰ ਉਹਦਾ ਚਾਹੀਦਾ ਉਹਦੇ ਤੋਂ ਥੋੜੀ ਪਰਹੇਜ਼ ਕਰਨੀ ਅਸੀਂ ਤੇ ਇਹ ਆਣੇ ਆ ਕਿ ਸਾਲ ਵਿੱਚ 2 ਵਾਰੀ ਬੱਕਰੀ ਸੂਵੇ ਅੱਛਾ ਜਿਹੜਾ ਪਹਾੜੀ ਹੈ ਨਾ ਹਾਂ ਹਾਂ ਪਹਾੜੀ ਪਾਰੂ ਇੱਕ ਤੇ ਉਹਦੀ ਖਲੜੀ ਜਿਹੜੀ ਹੈ ਨਾ ਉਹਦੇ ਮੁਤਾਬਕ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਜੀ ਜੀ ਉਹਦੀ ਖਲੜੀ ਇੰਜ ਛਾਣਨੀ ਹੁੰਦੀ ਹੈ ਜਿਵੇਂ ਛਾਣਨੀ ਹੁੰਦੀ ਅੱਛਾ ਉਹਦੀ ਖਲ ਜਿਹੜੀ ਹੈ ਨਾ ਇੰਜ ਛਾਣਨੀ ਹੁੰਦੀ ਹੈ ਜਦੋਂ ਮੈਨੂੰ ਇਹ ਵੀ ਗੱਲ ਦਾ ਪਤਾ ਹੈ ਜਦੋਂ ਰੰਬੀ ਮਾਰਦਾ ਨਾ ਮੋਚੀ ਉਹ ਤੁਹਾਨੂੰ ਖੁਦ ਹੀ ਪਤਾ ਖੁਦ ਲੱਗ ਜਾਊ ਤੁਲਾ ਚਮੜਾ ਲੱਗ ਦੇ ਪਿੱਛੇ ਛਾਣਨੀ ਨਿਕਲੂਗੀ ਉਹ ਤੁਹਾਡੇ ਕਿਸੇ ਕੰਮ ਵਿੱਚ ਨਹੀਂ ਉਹ ਪਾਰੂ ਨਹੀਂ ਹੁਣ ਸਾਡੇ ਔਰ ਕੋਲ ਦਿਲ ਤਾਂ ਕਮਜ਼ੋਰ ਹੁੰਦਾ ਪਰ ਹੂੰ ਅੱਜ ਸਮਝ ਨਾ ਗਰਮੀ ਉਹ ਸਹਿ ਸਕਦਾ ਹੈ ਨਾ ਉਹ ਸਰਦੀ ਹੁਣ ਸਹਿ ਸਾਡੇ ਕੋਲ ਇਹ ਮੱਖੀ ਜੀ ਨੇ ਪਾਰੂ ਜਿਹੜੇ ਊਨ ਨੇ ਉਹ ਠੀਕ ਠੀਕ ਹੈ ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਹੈ ਉਹ ਹੁੰਦੀ ਹੈ ਟੈਡੀ ਦੀ ਭੈਣ ਹੁੰਦੀ ਬਰਬਰੀ ਜਿਹਦੇ ਕੰਨ ਇੰਜ ਖਲੋਤੇ ਹੁੰਦੇ ਨੇ ਬਿਲਕੁਲ ਠੀਕ ਹੈ ਅੱਗੋਂ ਰੱਦਾ ਹੈ ਉਹਦਾ ਮਰਜ ਕਰਨਾ ਹਾਂ ਉਹ ਉਸ ਤੋਂ ਬਾਅਦ ਤੁਸੀਂ ਕਿਹੜੀ ਆਖਦੇ ਹੋ ਕਿ ਸਾਨੂੰ ਵਿੱਚ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਕਿ ਗੋਸ਼ਤ ਦਾ ਵੀ ਹੋਵੇ ਯਾਨੀ ਕਿ ਭਾਰੂ ਮਤਲਬ ਕਿ ਭਾਵੇਂ ਨਿੱਕੇ ਨਿੱਕੇ ਹੋਣੇ 8 ਮਹੀਨਿਆਂ ਬਾਅਦ
ਉਹਨਾਂ ਨੂੰ ਬੰਦਾ ਵੇਚ ਛੜੇ। ਕੋਈ ਭਾਰੂ ਵਿੱਚ ਚੰਗਾ ਨਿਕਲ ਆਉਂਦਾ ਤੇ ਉਹਨੂੰ ਬੰਦਾ ਈਦ ਤੇ ਵੇਚ ਲਵੇ। ਠੀਕ ਹੈ। ਤੇ ਅਸੀਂ ਇਹ ਦੋ ਨਸਲਾਂ ਮੱਖੀ ਚੀਨੀ ਤੇ ਇੱਕ ਹੈ ਜਿਹੜੀ ਉਹ ਤੁਹਾਨੂੰ ਕੰਨਾਂ ਵਾਲੀ ਆਖੀ ਜੀ, ਹੈ ਜੀ। ਬਰਬਰੀ ਬੱਕਰੀ, ਇਹਦਾ ਦੇਣ ਰੱਖਦੇ ਆ ਕਿ ਇਹ ਤੁਹਾਡੇ ਖਿਆਲ 'ਚ ਠੀਕ ਹੈ? ਇਹ ਬਰਲੀ ਜਿਹੜੀ ਤੁਸੀਂ ਪਿਆ ਦੱਸਿਓ ਨਾ, ਉਹ ਨਸਲ ਨਹੀਂ, ਪਤਾ ਨਹੀਂ ਸ਼ਾਇਦ ਤੁਹਾਨੂੰ ਕਿਸੇ ਦੱਸਿਆ ਹੈ ਜਾਂ ਨਹੀਂ, ਕਿਸੇ ਕਿਤਾਬ ਵਿੱਚ ਜ਼ਰੂਰ ਤੁਸੀਂ ਵੇਖੀ ਹੋਣਾ। ਜੀ ਜੀ। ਉਹ ਜਿਹੜੀ ਬਰਾਲੀ ਬੱਕਰੀ ਹੈ ਨਾ, ਬਰਾਲੀ ਬੱਕਰੀ ਨੂੰ ਜਾਣਦੇ ਹੋ? ਬਰਬਰੀ ਬੱਕਰੀ ਹੈ। ਉਹ ਬਰਬਰਲੀ ਨਹੀਂ ਬੱਕਰੀ, ਅੱਛਾ ਚਲੋ ਉਹ ਬਰਾਲੀ ਬੱਕਰੀ ਠੀਕ ਹੋਗਾ। ਆਈ ਸਮਝ। ਉਹ ਜਿਹੜਾ ਨਾ ਸੀਨਾ ਉਹਦਾ ਚੌੜਾ ਹੋਵੇਗਾ, ਪਿੱਛੇ ਦੀ ਭਾਰੀ ਹੋਵੇ ਦੀ, ਅੱਗੇ ਦੀ ਥੋੜੀ ਹੋਵੇ ਦੀ, ਧੌਣ ਉਹਦੀ ਲੰਮੀ ਹੋਵੇ ਦੀ। ਤੇ ਉਹ ਕਿਹੜੇ ਇਲਾਕੇ 'ਚ ਪਾਈ ਜਾਂਦੀ ਹੈ? ਉਹ ਸਾਡੇ ਜਿਹੜਾ ਮੁਲਤਾਨ ਦੀ ਸਾਈਡ, ਅੱਛਾ ਉਧਰ। ਮੁਲਤਾਨ ਦੀ ਸਾਈਡ ਵਿੱਚ ਤਕਰੀਬਨ ਲਾਹੌਰ ਤੱਕ, ਉਹ ਸਾਡੇ ਗੁਜਰਾਤ ਵਿੱਚ ਵੀ ਬੜੀ ਹੈ। ਗੁਜਰਾਤ ਵਿੱਚ ਵੀ ਲੇਕਿਨ ਇੱਕ ਘਰ ਹੁੰਦਾ ਹੈ ਨਾ ਬੱਕਰੀਆਂ ਦਾ, ਇੱਕ ਘਰ ਹੁੰਦਾ ਚੀਜ਼ ਦਾ, ਜਿਹੜਾ ਸਾਡੇ ਕੋਈ ਬੀਤਲ ਸ਼ੇਰੇ ਦਾ ਘਰ ਸਾਡਾ ਜੀ, ਜੀ। ਹੈ ਜੀ। ਉਹ ਬੱਕਰੀ ਜਿਹੜੀ ਹੈ ਨਾ, ਉਹ ਫੇਰੇ ਟੋਰੇ ਵਿੱਚ ਬਹੁਤ ਠੀਕ ਹੈ। ਸਾਡੇ ਇਲਾਕੇ ਦੀ ਉਹਨੂੰ ਬਿਮਾਰੀ ਘੱਟ ਲੱਗਦੀ ਹੈ, ਔਰ ਚਰਾਈ ਵਿੱਚ ਉਹ ਭਾਰੂ ਠੀਕ ਰਹਿੰਦਾ ਹੈ। ਸੌਣ ਵਿੱਚ ਕਿਆ ਬਾਤ ਉਸ ਪਾਰੂ ਦੀ, ਖੂਬਸੂਰਤ ਪਾਰੂ ਦੀ। ਯਾਨੀ ਕਿ ਕੱਲ ਨੂੰ ਅਗਰ ਵੇਚਿਆ ਜਾਏ ਤਾਂ ਪੈਸੇ ਚੰਗੇ ਦੇ ਜਾਂਦਾ ਜੀ ਚੰਗੇ ਉਹਦੇ ਚ ਨਾ, ਬਸ ਤੁਸੀਂ ਇੱਕ ਮਹੀਨਾ ਉਸ ਜਾਨਵਰ ਦੀ ਖਿਦਮਤ ਕਰਦੇ ਹੋ ਨਾ, ਉਸ 4 ਮਹੀਨਿਆਂ ਦੀ ਤੁਹਾਨੂੰ ਮਿਲੇਗੀ। ਬਹੁਤ ਮਿਹਰਬਾਨੀ ਮਨੀਰ ਸਾਹਿਬ, ਬਹੁਤ ਸ਼ੁਕਰੀਆ। ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇ ਨੇਕ ਕਰੇ। ਨਾ ਤਾਂ ਇਨਸ਼ਾਅੱਲਾ ਅਸੀਂ 1-2 ਦਿਨ ਤੁਹਾਡੇ ਨਾਲ ਰਾਬਤਾ ਕਰਾਂਗੇ।